ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਸ਼ੁਰੂ ਕਰ ਰਹੀ ਹਾਂ ਬੇਟਾ ਜੀ ਤੁਹਾਡੀ ਬੁੱਕ ਵੰਨਗੀ ਭਾਗ 10 ਦੇ ਵਿੱਚ ਪਹਿਲੀ ਕਹਾਣੀ ਸੁਜਾਨ ਸਿੰਘ ਦੇ ਦੁਆਰਾ ਲਿਖੀ ਹੋਈ ਕੁਲਫੀ। ਕਹਾਣੀ ਦਾ ਸਿਰਲੇਖ ਹੈ ਕੁਲਫੀ। ਔਰ ਕਹਾਣੀ ਪੜ੍ਹਨ ਤੋਂ ਪਹਿਲਾਂ ਬੇਟਾ ਜੀ ਆਪਾਂ ਲੇਖਕ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਪ੍ਰਿੰਸੀਪਲ ਸੁਜਾਨ ਸਿੰਘ ਦਾ ਜਨਮ 1909 ਈਸਵੀ ਵਿੱਚ ਮਾਤਾ ਸ੍ਰੀਮਤੀ ਜਮਨਾ ਦੇਵੀ ਪਿਤਾ ਸ੍ਰੀ ਹਕੀਮ ਸਿੰਘ ਜੀ ਦੇ ਘਰ ਹੋਇਆ। ਨੋਟ ਕਰੋ ਇਸ ਲਾਈਨ ਨੂੰ, ਉਹਨਾਂ ਦੀ ਡੇਟ ਆਫ ਬਰਥ ਔਰ ਮਾਤਾ ਤੇ ਪਿਤਾ ਦਾ ਨਾਮ ਜਿਹੜਾ ਹੈ ਉਹ ਤੁਸੀਂ ਨੋਟ ਕਰਨਾ ਆ। 11 ਵਰ੍ਹਿਆਂ ਦੀ ਛੋਟੀ ਉਮਰੇ ਹੀ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਜਿਸ ਸਮੇਂ ਲੇਖਕ 11 ਸਾਲ ਦਾ ਸੀ ਉਸ ਸਮੇਂ ਹੀ ਉਹਨਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਚੁੱਕਾ ਸੀ ਅਤੇ ਉਹਨਾਂ ਦਾ ਬਚਪਨ ਜਿਹੜਾ ਸੀ ਕਾਫੀ ਗਰੀਬੀ ਦੇ ਵਿੱਚ ਬੀਤਿਆ। ਹੁਣ ਉਹਨਾਂ ਦੇ ਸਾਹਮਣੇ ਇੱਕ ਸਮੱਸਿਆ ਪੈਰਾਂ ਸਿਰ ਖੜੇ ਹੋਣ ਦੀ ਅਤੇ ਦੂਜੀ ਵਿੱਦਿਆ ਪ੍ਰਾਪਤ ਕਰਨ ਦੀ ਸੀ। ਸੋ ਇਹਦੇ ਦੋ ਸਮੱਸਿਆਵਾਂ ਜਿਹੜੀਆਂ ਸੀ ਉਹਨਾਂ ਦੇ ਸਾਹਮਣੇ ਖੜੀਆਂ ਹੋ ਗਈਆਂ ਕਿ ਬਿਨਾਂ ਬਾਪ ਤੋਂ ਬਿਨਾਂ ਪਿਤਾ ਦੇ ਸਹਾਰੇ ਤੋਂ ਉਹਨਾਂ ਨੇ ਇਹਨਾਂ ਦਾ ਮੁਕਾਬਲਾ ਕਿਵੇਂ ਕਰਨਾ ਹੈ ਅਤੇ ਉਹ ਦੋਹਾਂ ਵਿੱਚ ਹੀ ਜੇਤੂ ਰਹੇ। ਉਹਨਾਂ ਨੇ ਗੋਦਾਮ ਕੀਪਰੀ ਤੋਂ ਲੈ ਕੇ ਕਾਲਜ ਦੇ ਪ੍ਰਿੰਸੀਪਲ ਤੱਕ ਨੌਕਰੀ ਦਾ ਸਫ਼ਰ ਤੈਅ ਕੀਤਾ। ਇਹ ਬੇਟਾ ਜੀ ਪ੍ਰਿੰਸੀਪਲ ਸੁਜਾਨ ਸਿੰਘ ਦੀ ਖਾਸੀਅਤ ਰਹੀ ਹੈ ਕਿ ਉਹ ਕਿਸੇ ਸਟੋਰ ਦੇ ਵਿੱਚ ਸਟੋਰ ਕੀਪਰ ਦੀ ਗੇਟ ਕੀਪਰ ਦੀ ਨੌਕਰੀ ਕੀਪਰੀ ਦੀ ਤੋਂ ਲੈ ਕੇ ਕਾਲਜ ਦੇ ਪ੍ਰਿੰਸੀਪਲ ਤੱਕ ਦੇ ਅਹੁਦੇ ਤੱਕ ਉਹ ਕੰਮ ਕਰਦੇ ਰਹੇ ਨੇ। ਜ਼ਿੰਦਗੀ ਨਾਲ ਇਸ ਸਿੱਧੇ ਵਾਹ ਸਦਕਾ ਹੀ ਉਹਨਾਂ ਦੀਆਂ ਕਹਾਣੀਆਂ ਵਿੱਚ ਪੇਸ਼ ਮਨੁੱਖੀ ਚਿੱਤਰ ਵਾਸਤਵਿਕ ਹਨ। ਵਾਸਤਵਿਕ ਮਤਲਬ ਅਸਲ ਵਿੱਚ ਜਿਹੜੇ ਸੱਚਮੁੱਚ ਸਾਨੂੰ ਇਨ ਬਿਨ ਜਾਗਦੇ ਪ੍ਰਤੀਤ ਹੁੰਦੇ ਹਨ। ਸੁਜਾਨ ਸਿੰਘ ਨੇ ਆਪਣੀਆਂ ਸਾਰੀਆਂ ਕਹਾਣੀਆਂ ਵਿੱਚ ਜੋ ਪਾਤਰ ਪੇਸ਼ ਕੀਤੇ ਹਨ ਉਹ ਨਿਮਨ ਵਰਗ ਅਤੇ ਸਧਾਰਨ ਮਨੁੱਖ ਦੇ ਹਨ। ਇਸ ਲਾਈਨ ਨੂੰ ਅੰਡਰਲਾਈਨ ਕਰੋ ਬੇਟਾ ਜ਼ਰੂਰ। ਉਹਨਾਂ ਨੇ ਲੋਅਰ ਵਰਗ ਦੇ ਬੰਦਿਆਂ ਨੂੰ ਲੈ ਕੇ ਹੀ ਕਹਾਣੀਆਂ ਦੀ ਰਚਨਾ ਕੀਤੀ ਹੈ ਕਿਉਂਕਿ ਆਪ ਵੀ ਉਹਨਾਂ ਨੇ ਉਹੋ ਜਿਹਾ ਜੀਵਨ ਜਿਹੜਾ ਸੀ ਹੰਡਾਇਆ ਸੀ। ਉਹਨਾਂ ਦੇ ਜੀਵਨ ਦੀਆਂ ਔਕੜਾਂ ਅਤੇ ਮਾਨਸਿਕਤਾ ਨੂੰ ਨਿਸ਼ਚਿਤ ਕਰਨ ਵਾਲੇ ਸਮਾਜਿਕ ਆਰਥਿਕ ਆਧਾਰਾਂ ਵੱਲ ਪਾਠਕਾਂ ਦਾ ਧਿਆਨ ਖਿੱਚਿਆ ਹੈ। ਸੋ ਇਹ ਉਹਨਾਂ ਦੇ ਲੇਖਣ ਕਲਾ ਦੀ ਇੱਕ ਖਾਸੀਅਤ ਰਹੀ ਹੈ ਕਿ ਜੋ ਸਮੱਸਿਆਵਾਂ ਉਹਨਾਂ ਨੂੰ ਆਰਥਿਕ ਸਮਾਜ ਦੇ ਵਿੱਚ ਰਹਿੰਦਿਆਂ ਉਹਨਾਂ ਨੂੰ ਆਪ ਨੂੰ ਪੇਸ਼ ਆਈਆਂ ਉਹਨਾਂ ਦਾ ਹੀ ਉਹਨਾਂ ਨੇ ਵਿਸ਼ਾ ਲੈ ਕੇ ਕਹਾਣੀਆਂ ਦੇ ਵਿੱਚ ਪਾਠਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਹੈ। ਸੋ ਅੱਗੇ ਉਹਨਾਂ ਦੇ ਕਹਾਣੀ ਸੰਗ੍ਰਹਿ ਦੱਸੇ ਹੋਏ ਨੇ। ਦੁੱਖ ਸੁੱਖ ਤੋਂ ਪਿੱਛੋਂ ਨਰਕਾਂ ਦੇ ਦੇਵਤੇ ਮਨੁੱਖ ਤੇ ਪਸ਼ੂ ਸਭ ਰੰਗ ਨਵਾਂ ਰੰਗ ਸਵਾਲ ਜਵਾਬ ਅਤੇ ਸ਼ਹਿਰ ਤੇ ਗ੍ਰਾਂ ਹਨ। ਰਾਸ ਲੀਲਾ ਪ੍ਰਾਹੁਣਾ ਕੁਲਫੀ ਪਾਸੇ ਦਾ ਸੋਨਾ ਬਾਗਾਂ ਦਾ ਰਾਖਾ ਪਠਾਨ ਦੀ ਧੀ ਕਲਮ ਜਾਗ ਪਈ ਆਦਿ ਉਹਨਾਂ ਦੀਆਂ ਪ੍ਰਸਿੱਧ ਕਹਾਣੀਆਂ ਹਨ। ਸੁਜਾਨ ਸਿੰਘ ਨੂੰ ਸਾਹਿਤ ਅਕਾਦਮੀ ਵੱਲੋਂ ਉਹਨਾਂ ਦੀ ਕਹਾਣੀ ਸ਼ਹਿਰ ਤੇ ਗ੍ਰਾਂ ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪਲੀਜ਼ 1 ਵਰਡ ਕੁਐਸਚਨ ਹੈ, ਇਹਨੂੰ ਨੋਟ ਕਰ ਲਓ। ਹੱਥਲੀ ਪਾਠ ਪੁਸਤਕ ਵਿੱਚ ਸੁਜਾਨ ਸਿੰਘ ਦੀ ਕਹਾਣੀ ਕੁਲਫੀ ਸ਼ਾਮਲ ਕੀਤੀ ਗਈ ਹੈ। ਸੋ ਇਹ ਕਹਾਣੀ ਤੁਹਾਡੇ ਸਿਲੇਬਸ ਦੇ ਵਿੱਚ ਉਹਨਾਂ ਦੀ ਕੁਲਫੀ ਜਿਸ ਦਾ ਸਿਰਲੇਖ ਹੈ। ਕਹਾਣੀ ਦੇ ਵਿੱਚ ਬੇਟਾ ਜੀ ਥੋੜ੍ਹਾ ਜਿਹਾ ਆਪਾਂ ਡਿਸਕਸ ਕਰ ਲੈਂਦੇ ਹਾਂ। ਸ਼ਾਰਟ ਦੇ ਵਿੱਚ ਬਰੀਫ 'ਚ ਉਹਨਾਂ ਨੇ ਸਮਰੀ ਦਿੱਤੀ ਹੋਈ ਹੈ ਕਿ ਇਹ ਕਹਾਣੀ ਜਿਹੜੀ ਹੈ ਲੇਖਕ ਦੀ ਆਪਣੀ ਹੱਡਬੀਤੀ ਕਹਾਣੀ ਆ। ਉਹਨੇ ਇਸ ਕਹਾਣੀ ਦੇ ਰਾਹੀਂ ਘੱਟ ਤਨਖਾਹ ਲੈਣ ਵਾਲੇ ਮੁਲਾਜ਼ਮ ਦੀ ਆਰਥਿਕ ਹਾਲਤ ਦਾ ਚਿੱਤਰ ਪੇਸ਼ ਕੀਤਾ ਹੈ। ਮਤਲਬ ਕਹਿੰਦਾ ਕਿ ਕੋਈ ਵੀ ਮੁਲਾਜ਼ਮ ਹੋਵੇ, ਸਰਕਾਰੀ ਹੋਵੇ ਪ੍ਰਾਈਵੇਟ ਹੋਵੇ, ਜਿਸ ਦੀ ਤਨਖਾਹ ਘੱਟ ਹੈ ਕਿ ਉਹ ਕਿਵੇਂ ਗਰੀਬੀ ਦੇ ਵਿੱਚ ਗੁਜ਼ਾਰਾ ਕਰਦਾ ਹੈ, ਉਹਦਾ ਮਾਨਸਿਕ ਹਾਲਤ ਆਰਥਿਕ ਹਾਲਤ ਨੂੰ ਪੇਸ਼ ਕਰਨਾ ਇਸ ਕਹਾਣੀ ਦਾ ਮੁੱਖ ਉਦੇਸ਼ ਹੈ। ਸੋ ਘੱਟ ਤਨਖਾਹ ਲੈਣ ਕਰਕੇ ਆਪਣੀ ਕੁਲਫੀ ਖਾਣ ਦੀ ਖਾਹਿਸ਼ ਨੂੰ ਦਿਲ ਵਿੱਚ ਹੀ ਦਬਾ ਲੈਂਦਾ ਹੈ ਉਹ ਮੁਲਾਜ਼ਮ। ਇੱਥੋਂ ਤੱਕ ਕਿ ਕਾਕੇ ਆਪਣਾ ਪੁੱਤਰ ਦੇ ਕੁਲਫੀ ਮੰਗਣ ਦੇ ਬਹਾਨਾ ਲਾਉਂਦਾ ਹੈ। ਕਾਕੇ ਦੇ ਮੁਰਮੁਰੇ ਮੰਗਣ 'ਤੇ ਕਹਿੰਦਾ ਹੈ ਮੁਰਮੁਰਾ ਭੈੜਾ ਹੁੰਦਾ, ਮੁਰਮੁਰਾ ਗੁੜ ਦੇ ਨਾਲ ਬਣੇ ਹੋਏ ਮਿੱਠੇ ਦਾਣੇ, ਮੁਰਮੁਰਾ ਗੰਦਾ ਹੁੰਦਾ ਹੈ, ਸ਼ਾਮ ਨੂੰ ਬਾਜ਼ਾਰੋਂ ਕੁਲਫੀ ਖਾਵਾਂਗੇ ਦਾ ਬਹਾਨਾ ਲਾ ਦਿੰਦਾ। ਲੇਖਕ ਆਪਣੀ ਭੈੜੀ ਆਰਥਿਕ ਦਸ਼ਾ ਤੋਂ ਤੰਗ ਆ ਕੇ ਆਪਣੇ ਮਾਲਕ ਨੂੰ ਤਨਖਾਹ ਵਧਾਉਣ ਲਈ ਕਹਿਣ ਤੋਂ ਵੀ ਡਰਦਾ ਹੈ
ਕਿ ਮਤਾਂ ਕਿੱਧਰੇ ਉਧਰੀ ਉਸਦੀ ਨੌਕਰੀ ਤੋਂ ਜਵਾਬ ਨਾ ਮਿਲ ਜਾਵੇ। ਕਹਾਣੀ ਵਿੱਚ ਆਪਣੇ ਆਪ ਨੂੰ ਇੱਕ ਅਸਫਲ ਪਿਤਾ ਸਮਝਦਾ ਹੈ ਕਿਉਂਕਿ ਉਹ ਆਪਣੇ ਬੱਚੇ ਦੀ ਛੋਟੀ ਜਿਹੀ ਮੰਗ ਕੁਲਫੀ ਤੇ ਮੁਰਮੁਰੇ ਪੂਰੀ ਕਰਨ ਤੋਂ ਅਸਮਰੱਥ ਹੈ। ਕਾਕਾ ਰਾਤ ਨੂੰ ਸੌਂਦਿਆਂ ਸੌਂਦਿਆਂ ਵੀ ਕੁਫੀ ਕੁਫੀ ਬੁੜਬੁੜਾਉਂਦਾ ਹੈ। ਪਤਨੀ ਵੱਲੋਂ ਕਾਕੇ ਨੂੰ ਗਾਲ ਕੱਢਣ ਤੇ ਲੇਖਕ ਦਾ ਮਨ ਤੜਫ ਉੱਠਦਾ ਹੈ। ਅੰਤ ਵਿੱਚ ਕਹਾਣੀ ਕੁਲਫੀ ਖਾ ਰਹੇ ਸ਼ਾਹਾਂ ਦੇ ਮੁੰਡੇ ਤੋਂ ਕਾਕਾ ਉਸ ਦੇ ਹੱਥੋਂ ਕੁਲਫੀ ਖੋਹ ਲੈਂਦਾ ਹੈ ਤੇ ਉਸ ਨੂੰ ਢੁੱਡ ਮਾਰ ਕੇ ਸੁੱਟ ਦਿੰਦਾ ਹੈ। ਜਦੋਂ ਉਸ ਦੀ ਮਾਂ ਇਸ ਕੋਝੀ ਹਰਕਤ ਤੇ ਕਾਕੇ ਨੂੰ ਮਾਰਨ ਲੱਗਦੀ ਹੈ ਤੇ ਕਹਿੰਦਾ ਹੈ ਤਾਂ ਲੇਖਕ ਕੀ ਕਹਿੰਦਾ ਹੈ ਕਿ ਕੁਝ ਵੰਡ ਸ਼ੁਦੈਣੇ ਕਾਇਰ ਪਿਓ ਦੇ ਘਰ ਬਹਾਦਰ ਮੁੰਡਾ ਜੰਮਿਆ। ਇਹ ਗੱਲ ਜਿਹੜੀ ਹੈ ਲੇਖਕ ਇਸ ਕਰਕੇ ਕਹਿੰਦਾ ਹੈ ਕਿਉਂਕਿ ਉਹ ਆਪ ਸਾਰੀ ਉਮਰ ਗਰੀਬੀ ਦੇ ਵਿੱਚ ਰਹਿਣ ਕਰਕੇ ਕਦੇ ਵੀ ਆਪਣੇ ਹੱਕਾਂ ਦੀ ਮੰਗ ਜਿਹੜੀ ਸੀ ਉਹ ਨਹੀਂ ਸੀ ਕਰ ਸਕਿਆ। ਸੋ ਹੁਣ ਜਦੋਂ ਉਸਦੇ ਪੁੱਤਰ ਨੇ ਜ਼ਬਰਦਸਤੀ ਸ਼ਾਹਾਂ ਦੇ ਮੁੰਡੇ ਦੇ ਕੋਲੋਂ ਕੁਲਫੀ ਖੋਹਣ ਦਾ ਹੀਆ ਕੀਤਾ, ਹੌਸਲਾ ਕੀਤਾ, ਤਾਂ ਉਸ ਸਮੇਂ ਲੇਖਕ ਜਿਹੜਾ ਸੀ ਉਹਨੂੰ ਦੇਖ ਕੇ ਬੜਾ ਮਾਣ ਮਹਿਸੂਸ ਕਰ ਰਿਹਾ ਸੀ। ਸੋ ਉਸ ਸਮੇਂ ਲੇਖਕ ਦੀ ਆਰਥਿਕ ਮੰਦਹਾਲੀ ਦੀ ਜਿਹੜੀ ਹਾਲਤ ਹੈ ਉਹ ਸਾਹਮਣੇ ਨਜ਼ਰ ਆਉਂਦੀ ਹੈ ਕਿ ਕਿਵੇਂ ਉਸ ਦਾ ਇੱਕ ਬੱਚਾ ਜਿਹੜਾ ਹੈ ਉਹ ਕੁਲਫੀ ਲਈ ਵੀ ਤਰਸ ਰਿਹਾ ਹੈ। ਸੋ ਕਹਾਣੀ ਸ਼ੁਰੂ ਕਰਦੇ ਹਾਂ ਜੀ। ਕੁਲਫੀ। ਮਹੀਨਾ ਮੁੱਕਣ 'ਤੇ ਸੀ ਪਰ ਮੁੱਕਣ ਵਿੱਚ ਨਹੀਂ ਸੀ ਆਉਂਦਾ। ਸੋਚ ਰਿਹਾ ਸਾਂ ਮਹੀਨੇ ਦੇ ਪਹਿਲੇ ਅੱਧ ਦੇ 15 ਦਿਨ ਕਿਵੇਂ ਝਟਪਟ ਮੁੱਕ ਜਾਂਦੇ ਹਨ ਤੇ ਤਨਖਾਹ ਵੀ ਉਹਨਾਂ 15 ਦਿਨਾਂ ਦੇ ਨਾਲ ਹੀ ਕਿਵੇਂ ਉੱਡ ਪੁੱਡ ਜਾਂਦੀ ਹੈ। ਸੋ ਪੁਰਾਣੇ ਸਮਿਆਂ ਦੀ ਗੱਲ ਹੈ ਜਦੋਂ ਤਨਖਾਹਾਂ ਬਹੁਤ ਘੱਟ ਹੁੰਦੀਆਂ ਸਨ ਤੇ ਲੇਖਕ ਕਹਿੰਦਾ ਹੈ ਕਿ ਹਲੇ ਮਹੀਨੇ ਦੇ ਅੱਧੇ ਦਿਨ ਹੀ ਬੀਤੇ ਸਨ ਤੇ ਤਨਖਾਹ ਨਾਲ ਹੀ ਖਤਮ ਹੋ ਜਾਂਦੀ ਹੈ, ਉੱਡ ਪੁੱਡ ਜਾਣੀ, ਖਤਮ ਹੋ ਜਾਣੀ। ਮੈਨੂੰ ਪੱਠੇ ਦੀ ਸੱਫ ਚੁੱਭ ਰਹੀ ਸੀ। ਪੱਠੇ ਪਸ਼ੂਆਂ ਦਾ ਚਾਰਾ, ਉਹਦੇ ਵਿੱਚ ਜਿਹੜੇ ਤੀਲੇ ਹੁੰਦੇ ਨੇ, ਕੱਖ ਕਾਨੇ ਹੁੰਦੇ ਨੇ ਪਸ਼ੂਆਂ ਦੇ, ਪੱਠਿਆਂ ਦੇ, ਉਹ ਉਸ ਨੂੰ ਚੁੱਭ ਰਹੇ ਸਨ, ਕੱਪੜਿਆਂ 'ਤੇ ਲੱਗੇ ਹੋਏ ਸਨ। ਫਿਰ ਪਾਸਾ ਵੱਟ ਕੇ ਪਿੱਠ 'ਤੇ ਹੱਥ ਫੇਰਿਆ ਤਾਂ ਸੱਫ ਦੀਆਂ ਪਿੜੀਆਂ ਪਿੰਡੇ ਵਿੱਚ ਖੁੱਭੀਆਂ ਹੋਈਆਂ ਸਨ। ਲੇਖਕ ਕੀ ਕਹਿੰਦਾ ਹੈ ਕਿ ਉਸ ਕੱਖ ਕਾਨਿਆਂ ਦੀਆਂ ਜਿਹੜੀਆਂ ਛੋਟੇ ਛੋਟੇ ਤੀਲੇ ਸੀਗੇ ਉਹਦੇ ਸਰੀਰ ਦੇ ਉੱਤੇ ਲੱਗੇ ਹੋਏ ਸੀ, ਇਸ ਕਰਕੇ ਉਹ ਚੁੱਭ ਰਹੇ ਸਨ। ਮਲਾਈ ਵਾਲੀ ਕੁਲਫੀ, ਠੰਡੀ ਠਾਰ ਆਵਾਜ਼ ਵਿੱਚ ਕੁਲਫੀ ਵਾਲੇ ਨੇ ਹੋਕਾ ਦਿੱਤਾ। ਹੁਣ ਬਾਹਰ ਗਲੀ ਦੇ ਵਿੱਚ ਆਈਸਕ੍ਰੀਮ ਵੇਚਣ ਵਾਲਾ ਕੁਲਫੀ ਵਾਲਾ ਆਇਆ ਹੋਇਆ ਸੀ। ਉਸਦੇ ਆਵਾਜ਼ ਕਿੰਨਾ ਚਿਰ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ। ਚਿੱਟੀ ਦੁੱਧ ਕੁਲਫੀ ਸਾਕਾਰ ਮੇਰੀਆਂ ਅੱਖਾਂ ਸਾਹਮਣੇ ਨੱਚਣ ਲੱਗੀ। ਸਾਕਾਰ ਮਤਲਬ ਇਨ ਬਿਨ, ਜਿਵੇਂ ਉਹ ਦਿਸਦੀ ਹੁੰਦੀ ਹੈ। ਮੂੰਹ ਵਿੱਚ ਮੇਰੇ ਪਾਣੀ ਆ ਗਿਆ ਪਰ ਮੈਂ ਬੇਵੱਸ ਸਾਂ। ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ। ਹਵਾਲਾਤ ਜੇਲ੍ਹ ਦੀ ਗੱਲ ਕਰਦਾ ਹੈ ਲੇਖਕ। ਗਰੀਬੀ ਨੂੰ, ਤੰਗੀ ਨੂੰ, ਪੈਸੇ ਦੀ ਕਮੀ ਨੂੰ ਉਹ ਜੇਲ੍ਹ ਦੇ ਨਾਲ, ਹਵਾਲਾਤ ਦੇ ਨਾਲ ਤੁਲਨਾ ਕਰਦਾ ਹੈ। ਬੇਟਾ ਇਹ ਕੁਐਸਚਨ ਆ ਸਕਦਾ ਵਨ ਵਰਡ ਕਿ ਗਰੀਬੀ ਨੂੰ ਉਹ ਕਿਸ ਦੇ ਨਾਲ ਤੁਲਨਾ ਕਰਦਾ ਹੈ ਲੇਖਕ, ਤਾਂ ਆਨਸਰ ਆਏਗਾ ਹਵਾਲਾਤ ਦੇ ਨਾਲ, ਕਿ ਉਸ ਦੀ ਤੰਗੀ ਤੋਂ ਵੀ। ਜੇਲ੍ਹ ਕੱਟਣੀ ਕਹਿੰਦਾ ਸੌਖੀ ਆ ਪਰ ਗਰੀਬੀ ਕੱਟਣੀ ਬਹੁਤ ਔਖੀ ਹੈ। ਮੇਰੀ ਦੁਪਹਿਰ ਮਗਰੋਂ ਨੀਂਦ ਦੀ ਹਾਲੇ ਪੂਰੀ ਨਹੀਂ ਸੀ ਹੋਈ ਕਿ ਮੈਨੂੰ ਮੇਰੇ ਛੋਟੇ ਕਾਕੇ ਨੇ ਹਲੂਣ ਕੇ ਜਗਾ ਹੀ ਦਿੱਤਾ। ਹਲੂਣਨਾ, ਝੰਜੋਲਣਾ, ਫੜ ਕੇ ਹਿਲਾਉਣਾ। ਮੈਂ ਖਿਜਿਆ ਹੋਇਆ ਸਾਂ ਪਰ ਕਾਕੇ ਦੀ ਤੋਤਲੀ ਆਵਾਜ਼ ਨੇ ਮੈਨੂੰ ਸ਼ਾਂਤ ਕਰ ਦਿੱਤਾ। ਦਾਜੀ ਕਿੰਨੀਆਂ ਆਜਾਂ ਮਾਰੀਆਂ, ਜਾਗਦੇ ਹੀ ਨਹੀਂ ਤੁਸੀਂ। ਠੀਕ ਹੈ ਬੱਚੇ, ਇਹ ਬੱਚੇ ਦੀ ਆਵਾਜ਼ ਦੀ, ਤੋਤਲੀ ਆਵਾਜ਼ ਦੇ ਵਿੱਚ ਹੀ ਲੇਖਕ ਨੇ ਇਨ ਬਿਨ ਜਿਹੜੇ ਸ਼ਬਦ ਆ ਉਹਨਾਂ ਦੀ ਵਰਤੋਂ ਕੀਤੀ ਹੈ, ਜਿਸ ਤਰ੍ਹਾਂ ਉਹ ਬੱਚਾ ਛੋਟਾ ਬੋਲ ਰਿਹਾ ਸੀ। ਦਾਜੀ ਕਹਿੰਦਾ ਸੀ ਆਪਣੇ ਪਿਤਾ ਨੂੰ। ਆਜਾਂ ਦਾ ਮਤਲਬ ਹੈ ਆਵਾਜ਼ਾਂ, ਤੇ ਜਾਗਦੇ ਨਹੀਂ ਤੁਸੀਂ। ਤੁਸੀਂ ਮਤਲਬ ਉਹਨਾਂ ਨੂੰ ਬੋਲ ਰਿਹਾ ਹੈ ਤੁਸੀਂ ਕਹਿ ਕੇ। ਹਾਂ ਤੂੰ ਕੀ ਕਹਿਣਾ, ਦੱਸ ਵੀ, ਮੈਂ ਕੁਝ ਕਹਿ ਪੈ ਕੇ ਪੁੱਛਿਆ। ਤਕਾ, ਇੱਕ ਤਕਾ ਦੇ ਦਿਓ ਦਾਜੀ। ਤਕਾ ਮਤਲਬ 2 ਪੈਸੇ, 2 ਪੈਸੇ ਦਾ ਸਿੱਕਾ। ਠੀਕ ਹੈ, 2 ਪੈਸੇ, 3 ਪੈਸੇ, ਪੰਜੀ, 5 ਪੈਸੇ, 10 ਪੈਸੇ, 20 ਪੈਸੇ। ਪਹਿਲੇ ਟਾਈਮ ਦੇ ਵਿੱਚ ਜਿਹੜੇ ਇਹ ਪੈਸੇ ਚੱਲਦੇ ਹੁੰਦੇ ਸਨ। ਤੇ ਬੱਚਾ ਜਿਹੜਾ ਤੋਤਲੀ ਆਵਾਜ਼ 'ਚ ਉਹਨੂੰ ਤਕਾ ਬੋਲਦਾ ਹੈ। ਪਰ ਟਕਾ ਮੇਰੇ ਕੋਲ ਹੈ ਨਹੀਂ ਸੀ। ਮੇਰੇ ਕੋਲ ਅੱਜ ਕੁਝ ਵੀ ਨਹੀਂ ਸੀ। ਇਹ ਗੱਲ ਕੌਣ ਆਖ ਰਿਹਾ ਹੈ? ਲੇਖਕ ਦਾ ਮਨ। ਜੂਨ ਦੀ 26 ਤਾਰੀਖ ਸੀ। ਘਰ ਦਾ ਖਰਚ, ਬਾਜ਼ਾਰ ਦੀ ਉਧਾਰ ਦੀ ਸਾਖ,
ਤੇ ਮਸੀਂ ਤੁਰ ਰਿਹਾ ਸੀ। ਬਾਜ਼ਾਰੋਂ ਕਹਿੰਦਾ ਜਿਹੜਾ ਰਾਸ਼ਨ ਪਾਣੀ ਵੀ ਲਿਆਈਦਾ ਉਹ ਵੀ ਉਧਾਰ ਚੱਲਦਾ ਪਿਆ ਸੀ। ਤਕਾ ਦਿਓ ਵੀ ਨਾ ਦਾ ਜੀ, ਬਾਹਰ ਮੁਰਮੁਰੇ ਵਾਲਾ ਉੱਚੀ ਉੱਚੀ ਸਾਡੇ ਬੂਹੇ ਅੱਗੇ ਹੋਕਾ ਦੇ ਰਿਹਾ ਸੀ। ਕੋਈ ਜਵਾਬ ਸੋਚਣ ਵਾਸਤੇ ਸਮਾਂ ਕੱਢਣ ਲਈ ਮੈਂ ਕਿਹਾ, ਕਾਕਾ ਤੂੰ ਟਕਾ ਕੀ ਕਰਨਾ? ਮੁਰਮੁਰੇ ਮੱਕੀ ਦੇ ਦਾਣੇ ਜਿਸ ਨੂੰ ਭੁੰਨ ਕੇ ਬਾਅਦ ਦੇ ਵਿੱਚ ਮਿੱਠਾ ਲਗਾਇਆ ਜਾਂਦਾ ਹੈ, ਗੁੜ ਦੇ ਵਿੱਚ ਉਹਨਾਂ ਨੂੰ ਮਿਕਸ ਕੀਤਾ ਜਾਂਦਾ ਹੈ, ਉਹਨੂੰ ਮੁਰਮੁਰੇ ਕਿਹਾ ਜਾਂਦਾ ਹੈ। ਤਾਂ ਉਸਨੇ ਕਾਕੇ ਨੂੰ, ਆਪਣੇ ਪੁੱਤਰ ਨੂੰ ਟਾਲਣ ਵਾਸਤੇ ਜਾਂ ਉਸਦਾ ਸਮਾਂ ਲੰਘਾਉਣ ਵਾਸਤੇ ਉਹਨੂੰ ਪੁੱਛਿਆ। ਹੁਣ ਸਵਾਲ ਹੋਰ ਕਰ ਦਿੱਤਾ, ਤੂੰ ਟਕਾ ਕੀ ਕਰਨਾ? ਖਰਚਣਾ ਮੈਂ ਤਕਾ, ਹੋਰ ਕੀ ਕਰਨਾ ਤਕੇ ਨੂੰ? ਖਰਚਣਾ ਮਤਲਬ ਖਰਚਣਾ, ਪੂਰਾ ਸ਼ਬਦ ਉਹਦੇ ਕੋਲ ਨਹੀਂ ਬੋਲਿਆ ਜਾਂਦਾ, ਉਹ ਥੁਥਲਾ ਕੇ ਛੋਟਾ ਸ਼ਬਦ ਬੋਲਦਾ ਆ। ਤਕਾ ਮੈਨੂੰ ਪਤਾ ਏ, ਪਹਿਲੀ ਜੰਗ ਤੋਂ ਮਗਰੋਂ ਜਦੋਂ ਬੜੀ ਮਹਿੰਗਾਈ ਹੋ ਗਈ ਸੀ, ਸਾਨੂੰ ਧੇਲਾ ਖਰਚਣ ਨੂੰ ਮਿਲਦਾ ਸੀ ਤੇ ਧੇਲੇ ਦੇ ਮਸੱਦੀ ਰਾਮ ਤੋਂ ਲਿਆਂਦੇ ਹੋਏ ਛੋਲੇ ਮੁੱਕਣ ਵਿੱਚ ਨਹੀਂ ਸਨ ਆਉਂਦੇ। ਇਹ ਲੇਖਕ ਆਪਣੀ ਉਹ ਗੱਲ ਸੋਚਦਾ ਹੈ ਜਦੋਂ ਪਹਿਲੀ ਵਰਲਡ ਵਾਰ ਹੋਈ ਸੀ, ਫਸਟ ਵਰਲਡ ਵਾਰ, ਵਿਸ਼ਵ ਯੁੱਧ। ਉਸ ਤੋਂ ਬਾਅਦ ਜਦੋਂ ਦੇਸ਼ ਦੇ ਅੰਦਰ ਬਹੁਤ ਜ਼ਿਆਦਾ ਮਹਿੰਗਾਈ ਵੱਧ ਚੁੱਕੀ ਸੀ ਤਾਂ ਕਹਿੰਦਾ ਸਾਨੂੰ ਧੇਲਾ ਮਿਲਦਾ ਸੀ। ਧੇਲਾ 2 ਪੈਸੇ ਤੋਂ ਵੀ ਛੋਟਾ ਹੁੰਦਾ ਸੀ, ਤਕੇ ਤੋਂ ਵੀ ਛੋਟਾ ਹੁੰਦਾ ਸੀ। ਕਹਿੰਦਾ ਫਿਰ ਉਹਦੇ ਛੋਲੇ ਲਿਆਂਦੇ ਹੋਏ ਨਹੀਂ ਸੀ ਖ਼ਤਮ ਹੁੰਦੇ। ਹੁਣ ਆਨੇ ਦੇ ਵੀ ਓਨੇ ਛੋਲੇ ਨਹੀਂ ਸਨ ਮਿਲ ਸਕਦੇ ਤੇ ਆਮਦਨ ਮੇਰੇ ਪਿਤਾ ਜੀ ਦੀ ਆਮਦਨ ਦੇ ਪਾਸਕ ਵੀ ਨਹੀਂ ਸੀ। ਪਾਸਕ ਮਤਲਬ ਬਰਾਬਰ, ਉਹਨਾਂ ਦੇ ਬਰਾਬਰ ਵੀ ਨਹੀਂ ਸੀ। ਹਾਲਾਂਕਿ ਮੇਰੀ ਆਮਦਨ, ਮੇਰੀ ਪੜ੍ਹਾਈ ਮੇਰੇ ਪਿਤਾ ਤੋਂ ਕਈ ਗੁਣਾ ਵੱਧ ਸੀ। ਮੈਂ ਦੁਨੀਆ ਦੀ ਆਰਥਿਕ ਦਸ਼ਾ ਅਤੇ ਇਸ ਦਸ਼ਾ ਨੂੰ ਬਣਾਉਣ ਤੇ ਕਾਇਮ ਰੱਖਣ ਵਾਲੇ ਧਨ ਕੁਬੇਰਾਂ 'ਤੇ ਵਿਚਾਰ ਕਰਨ ਲੱਗ ਪਿਆ। ਕੁਬੇਰ ਬੇਟਾ ਜੀ ਧਨ ਦੇ ਦੇਵਤੇ ਨੂੰ ਕਿਹਾ ਜਾਂਦਾ ਹੈ। ਕਹਿੰਦਾ ਕਿ ਮੈਂ ਸੋਚਣ ਲੱਗ ਪਿਆ ਕਿ ਜਿਹੜੇ ਲੋਕ ਹਮੇਸ਼ਾ ਧਨ ਨੂੰ ਇਕੱਠਾ ਕਰਨ ਦੇ ਵਿੱਚ ਵਿਚਾਰਾਂ ਕਰਦੇ ਰਹਿੰਦੇ ਹਨ, ਮੈਂ ਉਹਨਾਂ ਦੀ ਦਸ਼ਾ ਨੂੰ ਦੇਖਣ ਲੱਗ ਪਿਆ ਕਿ ਉਹਨਾਂ ਦੀ ਆਰਥਿਕ ਦਸ਼ਾ ਕਿਹੋ ਜਿਹੀ ਹੋਵੇਗੀ ਤੇ ਮੈਂ ਵੀ ਕਹਿੰਦਾ ਉਸ ਦਸ਼ਾ ਦੇ ਵਿੱਚ ਵਿਚਾਰਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਬਾਹਰੋਂ ਫੇਰ ਮੁਰਮੁਰਾ ਛੋਲਿਆਂ ਦਾ ਹੋਕਾ ਗੂੰਜਿਆ ਤੇ ਨਾਲ ਹੀ ਕਾਕੇ ਨੇ ਆਖਿਆ, ਤਕਾ ਦਿਓ ਵੀ ਨਾ ਦਾ ਜੀ, ਭੈੜਾ ਹੁੰਦਾ ਹੈ ਤਕਾ ਭੈੜਾ ਹੁੰਦਾ ਹੈ। ਮੈਂ ਹਾਲਾਤ ਤੋਂ ਪੈਦਾ ਹੋਈ ਬਦਹਵਾਸੀ ਜਿਹੀ ਵਿੱਚ ਕਿਹਾ। ਹੁਣ ਲੇਖਕ ਬੱਚੇ ਨੂੰ ਟਾਲਣਾ ਚਾਹੁੰਦਾ ਹੈ ਕਿ ਕਿਸੇ ਤਰ੍ਹਾਂ ਉਹ ਕੁਰਕਰੇ ਮੁਰਮੁਰਿਆਂ ਲਈ ਪੈਸੇ ਨਾ ਮੰਗੇ ਤੇ ਕਹਿੰਦਾ ਕਿ ਤਕਾ ਭੈੜਾ ਹੁੰਦਾ ਹੈ, ਸਾਨੂੰ ਪੈਸੇ ਨਹੀਂ ਲੈਣੇ ਚਾਹੀਦੇ, ਠੀਕ ਹੈ। ਬਦਹਵਾਸੀ, ਹੋਸ਼ੋ ਹਵਾਸ ਵਿੱਚ ਨਾ ਰਹਿਣਾ। ਤਕਾ ਵੀ ਕਦੇ ਭੈੜਾ ਹੁੰਦਾ ਹੈ ਦਾ ਜੀ, ਤਕੇ ਦਾ ਮੁਰਮੁਰਾ ਆਉਂਦਾ। ਕਹਿੰਦਾ ਤਕਾ ਬੁਰਾ ਨਹੀਂ ਹੁੰਦਾ, ਪੈਸੇ ਬੁਰੇ ਨਹੀਂ ਹੁੰਦੇ, ਉਹਦੇ ਤਾਂ ਖਾਣ ਵਾਲੀ ਕੋਈ ਨਾ ਕੋਈ ਚੀਜ਼ ਆਉਂਦੀ ਹੈ। ਮੁਰਮੁਰਾ ਭੈੜਾ ਹੁੰਦਾ, ਮੈਂ ਆਖਿਆ ਤੇ ਬਾਕੀ ਗੱਲ ਹਾਲੇ ਮੇਰੇ ਮੂੰਹ ਵਿੱਚ ਹੀ ਸੀ ਕਿ ਕਾਕੇ ਨੇ ਕਿਹਾ, ਮੁਰਮੁਰਾ ਤੇ ਮਿੱਠਾ ਹੁੰਦਾ। ਇਸ ਦਲੀਲ ਦਾ ਮੇਰੇ ਕੋਲ ਕੋਈ ਉੱਤਰ ਨਹੀਂ ਸੀ। ਹੁਣ ਲੇਖਕ ਕਹਿੰਦਾ ਕਿ ਉਹਨੇ ਜਦੋਂ ਕਹਿ ਦਿੱਤਾ ਮੇਰੇ ਬੱਚੇ ਨੇ ਕਿ ਉਹ ਮਿੱਠੇ ਹੁੰਦੇ ਆ ਮੁਰਮੁਰੇ, ਠੀਕ ਹੈ, ਤਾਂ ਮੈਂ ਉਸ ਤੋਂ ਮੋਰੇ ਫਿਰ ਕੁਛ ਵੀ ਨਾ ਬੋਲ ਸਕਿਆ। ਮੈਂ ਵੀ ਮਿੱਠੇ ਦਾ ਲੋਭੀ ਹਾਂ, ਪਰ ਫਿਰ ਵੀ ਮੈਂ ਆਪਣੀ ਫੋਕੀ ਹਿਕਮਤ ਜਣਾਉਂਦਿਆਂ ਕਿਹਾ, ਮੁਰਮੁਰੇ ਨਾਲ ਖੰਘ ਲੱਗ ਜਾਂਦੀ ਹੈ ਬੱਚੂ। ਹਿਕਮਤ ਹੁੰਦਾ ਹੈ ਹਕੀਮੀ ਵਿਦਿਆ। ਜਿਸ ਤਰ੍ਹਾਂ ਪੁਰਾਣੇ ਵੈਦ ਹਕੀਮ ਆਪਣੀ ਸੋਚ ਸਮਝ ਅਨੁਸਾਰ, ਵਿਦਿਆ ਅਨੁਸਾਰ ਲੋਕਾਂ ਦਾ ਇਲਾਜ ਕਰਦੇ ਹੁੰਦੇ ਸਨ, ਉਸੇ ਤਰ੍ਹਾਂ ਲੇਖਕ ਕਹਿੰਦਾ ਜਿੰਨੀ ਕੁ ਮੈਨੂੰ ਸਮਝ ਸੀ ਕਿ ਬੱਚੇ ਨੂੰ ਕਿਵੇਂ ਟਾਲਣਾ, ਮੈਂ ਉਸ ਨੂੰ ਟਾਲਣ ਦੀ ਕੋਸ਼ਿਸ਼ ਕੀਤੀ। ਕੀ ਕਹਿ ਕੇ ਕਿ ਮੁਰਮੁਰੇ ਨਾਲ ਖੰਘ ਲੱਗ ਜਾਂਦੀ ਹੈ ਬੱਚੂ, ਤੁਸੀਂ ਤਕਾ ਦੇ ਦਿਓ, ਮੈਨੂੰ ਨਹੀਂ ਲੱਗਦੀ ਲੁਗਦੀ ਖੰਘ। ਮੁੰਡਾ ਮੱਛਰ ਦਾ ਜਾਪਦਾ ਸੀ। ਮੱਛਰ ਦਾ ਮਤਲਬ ਚਾਮਲ ਦਾ। ਟਕਾ ਮੇਰੇ ਕੋਲ ਹੈ ਨਹੀਂ ਸੀ। ਮੈਂ ਕਾਕੇ ਨੂੰ ਟਾਲਣ ਲਈ ਉਸ ਨੂੰ ਪਤਾ ਨਹੀਂ ਕਿਉਂ ਕਹਿ ਦਿੱਤਾ, ਖਬਰੇ ਵੱਡਾ ਲੋਭ ਦੇ ਕੇ ਭੁਲਾਉਣ ਲਈ। ਹੁਣ ਲੇਖਕ ਆਪ ਹੀ ਇਹ ਗੱਲ ਸੋਚ ਰਿਹਾ ਹੈ ਕਿ ਮੈਂ ਸ਼ਾਇਦ, ਖਬਰੇ ਦਾ ਮਤਲਬ ਹੈ ਸ਼ਾਇਦ, ਕਿ ਮੇਰੇ ਕੋਲ ਪੈਸੇ ਨਹੀਂ ਸੀ, ਟਕਾ ਨਹੀਂ ਸੀ, ਇਸ ਕਰਕੇ ਮੈਂ ਸ਼ਾਇਦ ਉਹਨੂੰ ਕੋਈ ਹੋਰ ਲਾਲਚ ਦੇਣ ਲਈ ਉਸ ਨੂੰ ਇਹ ਕਹਿ ਦਿੱਤਾ। ਕੀ ਕਿਹਾ ਕਿ ਮੁਰਮੁਰਾ ਗੰਦਾ ਹੁੰਦਾ ਹੈ, ਅਸੀਂ ਸ਼ਾਮੀ ਬਾਜ਼ਾਰੋਂ ਕੁਲਫੀ ਖਾਵਾਂਗੇ। ਇਸ ਲਾਈਨ ਨੂੰ ਨੋਟ ਕਰਕੇ ਰੱਖੋ ਬੇਟਾ ਜੀ। ਮੁਰਮੁਰੇ ਛੋਲਿਆਂ ਵਾਲਾ ਹੁਣ ਟਲ ਚੁੱਕਾ ਸੀ। ਟਲ ਮਤਲਬ
ਉੱਥੋਂ ਗਲੀ 'ਚੋਂ ਜਾ ਚੁੱਕਾ ਸੀ ਹੋਕਾ ਦੇ ਕੇ। ਕਾਕਾ ਜੀ ਮੇਰੀ ਆਸ ਤੋਂ ਉਲਟ ਸ਼ਾਮੀ ਕੁਲਫੀ ਖਾਣੀ ਮੰਨ ਗਿਆ। ਹੁਣ ਬੱਚੇ ਨੂੰ ਮੁਰਮੁਰੇ ਭੁੱਲ ਗਏ ਤੇ ਉਹ ਕੁਲਫੀ ਖਾਣ ਲਈ ਮੰਨ ਗਿਆ ਸੀ। ਮੈਂ ਸਮਝਿਆ ਬਲਾ ਟਲੀ। ਹੁਣ ਲੇਖਕ ਕੀ ਕਹਿੰਦਾ ਕਿ ਥੋੜ੍ਹੇ ਸਮੇਂ ਲਈ ਮੈਨੂੰ ਲੱਗਾ ਕਿ ਮੇਰੇ ਸਿਰ ਤੋਂ ਇਹ ਜਿਹੜੀ ਮੁਸੀਬਤ ਸੀ ਟਕਾ ਮੰਗਣ ਦੀ ਪੁੱਤਰ ਦੇ ਵੱਲੋਂ ਉਹ ਦੂਰ ਹੋ ਗਈ ਹੈ, ਖਤਮ ਹੋ ਗਈ ਹੈ, ਟਲ ਗਈ ਹੈ। ਮੈਂ ਸਮਝਿਆ ਬਲਾ ਟਲੀ। ਮੈਂ ਸੋਚਿਆ ਕਿਤੇ ਕੋਈ ਹੋਰ ਛਾਬੜੀ ਵਾਲਾ ਨਾ ਆ ਜਾਵੇ, ਸੋ ਮੈਂ ਕੱਪੜੇ ਪਾ ਕੇ ਕੜਕਦੀ ਧੁੱਪ ਵਿੱਚ ਬਾਹਰ ਨਿਕਲ ਗਿਆ ਤੇ ਸੜਕਾਂ 'ਤੇ ਸਮਾਂ ਕਤਲ ਕਰਦਾ ਰਿਹਾ। ਸਮਾਂ ਕਤਲ ਕਰਨਾ, ਸਮਾਂ ਬਰਬਾਦ ਕਰਨਾ। ਕੀਮਤੀ ਸਮਾਂ ਮੈਂ ਇੱਕ ਟਕੇ ਦੀ ਮੰਗ ਤੋਂ ਬਚਣ ਲਈ ਨਾਸ ਕਰਦਾ ਰਿਹਾ ਸਾਂ। ਹੁਣ ਲੇਖਕ ਆਪ ਹੀ ਦੱਸਦਾ ਕਿ ਕਹਿੰਦਾ ਜਿਹੜਾ ਮੇਰਾ ਦੁਪਹਿਰ ਦਾ ਕੀਮਤੀ ਸਮਾਂ ਸੀ ਉਹ ਮੈਂ ਸਿਰਫ ਇਸੇ ਕਰਕੇ ਬਾਹਰ ਗਵਾ ਦਿੱਤਾ ਧੁੱਪ ਦੇ ਵਿੱਚ ਸੜਕ 'ਤੇ ਘੁੰਮ ਘੁੰਮ ਕੇ ਕਿ ਮੇਰੇ ਕੋਲੋਂ ਬੱਚਾ ਘਰ ਦੇ ਵਿੱਚ ਟਕਾ ਨਾ ਮੰਗ ਲਵੇ। ਮੈਂ ਆਪਣੇ ਮਾਲਕ ਨੂੰ ਕਿਉਂ ਨਹੀਂ ਕਹਿੰਦਾ ਕਿ ਮੇਰਾ ਇੰਨੇ ਵਿੱਚ ਗੁਜ਼ਾਰਾ ਨਹੀਂ ਹੁੰਦਾ, ਪਰ ਸੁਣੇਗਾ ਕੌਣ। ਹੁਣ ਆਪਣੇ ਹੀ ਮਨ ਦੇ ਵਿੱਚ ਉਹ ਪ੍ਰਸ਼ਨ ਕਰਦਾ ਹੈ ਕਿ ਜਿੱਥੇ ਮੈਂ ਨੌਕਰੀ ਕਰਦਾ ਹਾਂ ਮੈਂ ਉਸ ਮਾਲਕ ਨੂੰ ਕਿਉਂ ਨਹੀਂ ਕਹਿੰਦਾ ਕਿ ਮੇਰੀ ਤਨਖਾਹ ਘੱਟ ਹੈ, ਮੇਰਾ ਗੁਜ਼ਾਰਾ ਨਹੀਂ ਹੁੰਦਾ, ਤਨਖਾਹ ਵਧਾਈ ਜਾਵੇ। ਪਰ ਫਿਰ ਅੱਗਿਓਂ ਉਹ ਸਵਾਲ ਵੀ ਆਪ ਹੀ ਦਿੰਦਾ ਲੇਖਕ ਕਿ ਇਕੱਲੇ ਦੀ ਆਵਾਜ਼ ਭਾਵੇਂ ਕਿੱਡੀ ਉੱਚੀ ਹੋਵੇ ਸੁਣੀ ਨਹੀਂ ਜਾਂਦੀ। ਲੋੜਵੰਦ ਇਕੱਠੇ ਹੋ ਨਹੀਂ ਸਨ ਸਕਦੇ, ਜੇ ਹੋ ਜਾਣ ਤਾਂ ਰਹਿਣ ਨਹੀਂ ਦਿੱਤੇ ਜਾਂਦੇ ਤਾਂ ਜੋ ਇਕੱਠੀ ਮੰਗ ਨਾ ਕਰਨ। ਠੀਕ ਹੈ ਜੀ। ਉਸ ਸਮੇਂ ਵੀ ਮਤਲਬ ਸਿਸਟਮ ਦੀ ਉਹ ਗੱਲ ਕਰਦਾ ਹੈ, ਸਾਡੇ ਆਰਥਿਕ ਸਿਸਟਮ ਦੀ, ਨੌਕਰੀਆਂ ਦੀ, ਕਿ ਲੇਖਕ ਜਦੋਂ ਕੰਮ ਕਰਦਾ ਸੀ ਉਦੋਂ ਵੀ ਮਜ਼ਦੂਰਾਂ ਨੂੰ ਆਪਣਾ ਹੱਕ ਮੰਗਣ ਦੀ ਇਜਾਜ਼ਤ ਨਹੀਂ ਸੀ ਹੁੰਦੀ, ਇਕੱਠੇ ਨਹੀਂ ਸੀ ਬਹਿਣ ਦਿੰਦੇ, ਉੱਠਣ ਦਿੰਦੇ। ਜੇ ਕਿਤੇ ਇਕੱਠੇ ਹੋ ਵੀ ਜਾਂਦੇ ਸੀ ਤਾਂ ਉਹਨਾਂ ਨੂੰ ਰਹਿਣ ਨਹੀਂ ਸੀ ਦਿੱਤਾ ਜਾਂਦਾ ਤਾਂ ਜੋ ਉਹ ਮਜ਼ਦੂਰ ਮੁਲਾਜ਼ਮ ਜਿਹੜੇ ਇਕੱਠੇ ਹੋ ਕੇ ਆਪਣੀਆਂ ਮੰਗਾਂ ਨਾ ਮੰਨ ਸਕਣ। ਮੰਗ ਕੀਤਿਆਂ ਕਈ ਵਾਰੀ ਨੌਕਰੀਓਂ ਜਵਾਬ ਹੋ ਜਾਂਦਾ ਹੈ ਅਤੇ ਲੇਖਕ ਨੂੰ ਇਹ ਵੀ ਡਰ ਹੁੰਦਾ ਹੈ ਜੇ ਕਿਤੇ ਆਪਣਾ ਕੋਈ ਹੱਕ ਮੰਗ ਲਈਏ ਤਾਂ ਹੋ ਸਕਦਾ ਹੈ ਕਈ ਵਾਰੀ ਉਸ ਨੂੰ ਨੌਕਰੀ ਨਾ ਗਵਾਉਣੀ ਪੈ ਜਾਵੇ। ਮੈਂ ਡਰ ਗਿਆ। ਬੇਰੁਜ਼ਗਾਰੀ ਦੇ ਭਿਆਨਕ ਭਵਿੱਖ ਨੇ ਮੈਨੂੰ ਕੰਬਾ ਦਿੱਤਾ। ਕਾਇਰਾਂ ਵਾਂਗ ਮੈਂ ਸਦਾ ਤੋਂ ਚੁੱਪ ਰਿਹਾ ਸਾਂ ਅਤੇ ਹੁਣ ਵੀ ਚੁੱਪ ਰਹਿਣ ਦਾ ਫੈਸਲਾ ਕੀਤਾ। ਕਹਿੰਦਾ ਜਿੱਦਾਂ ਪਹਿਲਾਂ ਸ਼ੁਰੂ ਤੋਂ ਮੈਂ ਡਰ ਡਰ ਕੇ ਟਾਈਮ ਕੱਟਿਆ ਉਸੇ ਤਰ੍ਹਾਂ ਕਹਿੰਦਾ ਹੁਣ ਵੀ ਮੇਰੇ ਸਾਹਮਣੇ ਕਾਇਰਤਾ ਹੀ ਮੈਨੂੰ ਨਜ਼ਰ ਆ ਰਹੀ ਸੀ ਅਤੇ ਮੈਂ ਚੁੱਪ ਰਹਿਣ ਦਾ ਹੀ ਫੈਸਲਾ ਕਰਕੇ ਬੈਠ ਗਿਆ। ਸ਼ਾਮੀ ਇਹ ਸਮਝ ਕੇ ਕਿ ਕਾਕਾ ਛੇਤੀ ਸੌਂ ਜਾਂਦਾ ਹੈ ਮੈਂ ਦੱਬੇ ਪੈਰੀ ਘਰ ਪਹੁੰਚਿਆ। ਦੱਬੇ ਪੈਰੀ ਘਰ ਪਹੁੰਚਣਾ, ਬਿਨਾਂ ਆਵਾਜ਼ ਕੀਤਿਆਂ ਜਾਣਾ। ਹੁਣ ਉਹਨੂੰ ਲੱਗਾ ਕਿ ਦੁਪਹਿਰ ਦਾ ਹੁਣ ਕਾਕਾ ਸ਼ਾਮ ਹੋ ਚੁੱਕੀ ਹੈ, ਸੌਂ ਗਿਆ ਹੋਏਗਾ ਅਤੇ ਮੈਂ ਘਰ ਚਲਾ ਜਾਵਾਂਗਾ। ਕਹਿੰਦਾ ਆਵਾਜ਼ ਨਾ ਮਾਰੀ, ਕੇਵਲ ਕੁੰਡਾ ਹੀ ਖੜਕਾਇਆ। ਗੇਟ ਖੜਕਾਇਆ ਤਾਂ ਉੱਤੋਂ ਹੀ ਆਵਾਜ਼ ਆਈ। ਨੈਕਸਟ ਪੇਜ ਨੰਬਰ 15 'ਤੇ ਹੈ ਬੇਟਾ ਜੀ। ਦਾ ਜੀ ਆਇਆ ਜੇ। ਅਤੇ ਥੋੜ੍ਹੇ ਚਿਰ ਮਗਰੋਂ ਕਾਕੇ ਨੇ ਆਣ ਬੂਹਾ ਖੋਲ੍ਹਿਆ। ਹੁਣ ਲੇਖਕ ਦਾ ਉਹ ਅੰਦਾਜ਼ਾ ਗਲਤ ਨਿਕਲਿਆ ਕਿ ਬੱਚਾ ਜਿਹੜਾ ਆ ਉਹ ਸੌਂ ਚੁੱਕਾ ਹੋਵੇਗਾ। ਕਹਿੰਦਾ ਉਹਨੇ ਹੀ ਆ ਕੇ ਫਿਰ ਗੇਟ ਖੋਲ੍ਹਿਆ। ਦਾ ਜੀ ਕੁਲਫੀ ਖਾਣ ਜਾਣਾ ਜੇ। ਫਿਰ ਉਹਨੇ ਆਪਣੇ ਪਿਤਾ ਨੂੰ ਪੁੱਛਿਆ ਕਿ ਕੁਲਫੀ ਖਾਣੀ ਹੈ। ਉਸਨੇ ਆਸ ਭਰਪੂਰ ਲਹਿਜੇ ਵਿੱਚ ਪੁੱਛਿਆ। ਬੱਚੇ ਨੂੰ ਬਹੁਤ ਜ਼ਿਆਦਾ ਆਸ ਸੀ ਕਿ ਉਸਦਾ ਪਿਤਾ ਉਸਨੂੰ ਕੁਲਫੀ ਖਾਣ ਵਾਸਤੇ ਲੈ ਕੇ ਜਾਵੇਗਾ। ਉੱਤੇ ਚੱਲ ਉੱਤੇ, ਮੈਂ ਕਿਹਾ। ਲੇਖਕ ਨੇ ਉਸਨੂੰ ਥੋੜ੍ਹਾ ਜਿਹਾ ਦਬਕੇ ਜਿਹੇ ਦੇ ਨਾਲ ਕਿਹਾ, ਥੋੜ੍ਹੀ ਜਿਹੀ ਗੁੱਸੇ ਭਰੀ ਆਵਾਜ਼ ਦੇ ਵਿੱਚ, ਕਿ ਉੱਪਰ ਆਪਣੇ ਕਮਰੇ ਵਿੱਚ ਚੱਲ। ਕਾਕਾ ਨਿੰਮੋ ਝੂਣਾ ਜਿਹਾ ਹੋ ਕੇ ਅੱਗੇ ਲੱਗ ਤੁਰਿਆ। ਨਿੰਮੋ ਝੂਣਾ ਉਦਾਸ ਜਿਹਾ ਹੋ ਜਾਣਾ। ਮੰਜੇ 'ਤੇ ਬੈਠ ਕੇ ਕਾਕੇ ਨੂੰ ਗੋਦ ਵਿੱਚ ਲੈ ਕੇ ਮੈਂ ਪਿਆਰ ਨਾਲ ਕਿਹਾ, ਹੁਣ ਰਾਤ ਪੈ ਗਈ ਏ, ਕੁਲਫੀ ਕੱਲ੍ਹ ਖਾਵਾਂਗੇ। ਕਹਿੰਦਾ ਕਿ ਰਾਤ ਪੈ ਗਈ ਏ, ਕੁਲਫੀ ਆਪਾਂ ਕੱਲ੍ਹ ਖਾ ਲਵਾਂਗੇ ਜਾ ਕੇ। ਮਾਮੂਲ ਤੋਂ ਉਲਟ ਕਾਕਾ ਚੁੱਪ ਕਰ ਰਿਹਾ। ਮਾਮੂਲ ਮਤਲਬ ਰੋਜ਼ ਦੀ ਤਰ੍ਹਾਂ, ਜਿਸ ਤਰ੍ਹਾਂ ਰੋਜ਼ ਉਹ ਉਹਨੂੰ ਚੁੱਪ ਕਰਾ ਦਿੰਦਾ ਸੀ ਲਾਰੇ ਲਾ ਕੇ, ਉਸੇ ਤਰ੍ਹਾਂ ਫਿਰ ਕਾਕਾ ਕਹਿੰਦਾ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਚੁੱਪ ਕਰਕੇ ਬੈਠ ਗਿਆ। ਕਿੰਨਾ ਚਿਰ ਅਸਮਾਨ ਵੱਲ ਤੱਕ ਕੇ ਕੁਝ ਸੋਚਦਾ ਰਿਹਾ, ਫਿਰ ਆਖਣ ਲੱਗਾ। ਫਿਰ ਬੱਚਾ ਕਈ ਚਿਰ ਜਿਹੜਾ ਅਸਮਾਨ ਦੇ ਵੱਲ ਦੇਖਦਾ ਰਿਹਾ ਰਾਤ ਨੂੰ ਅਤੇ ਆਪਣੇ ਪਿਤਾ ਨੂੰ ਫਿਰ ਕੀ ਕਹਿੰਦਾ, ਦਾ ਜੀ ਤਾਰੇ ਪਹੀਏ ਹੁੰਦੇ ਨੇ ਨਾ, ਪਹੀਏ, ਪਹੀਏ ਤੋਂ ਭਾਵ
ਰੁਪਈਏ ਕਹਿ ਰਿਹਾ ਹੈ, ਪੈਸੇ ਕਹਿ ਰਿਹਾ ਹੈ। ਵੱਡਾ ਭਾ ਆਖਦਾ ਸੀ, ਭਾ ਮਤਲਬ ਉਸਦਾ ਭਰਾ। ਤਾਰੇ ਪਈਏ ਹੁੰਦੇ ਨੇ ਤਾਂ ਦਾਜੀ ਸਾਰੇ ਪਈਏ ਸਾਡੇ ਕੋਠੇ 'ਤੇ ਕਿਉਂ ਨਹੀਂ ਵਰ ਪੈਂਦੇ। ਫਿਰ ਪ੍ਰਸ਼ਨ ਕਰਦਾ ਹੈ ਉਹ ਆਪਣੇ ਅਣਜਾਣ ਜਿਹੀ ਮਮਤਾ ਦੇ ਨਾਲ ਕਿ ਜੇ ਸਾਰੇ ਰੁਪਈਏ ਹੁੰਦੇ ਇਹ ਤਾਰੇ ਤੇ ਸਾਰੇ ਸਾਡੇ ਕੋਠੇ 'ਤੇ ਕਿਉਂ ਨਹੀਂ ਆ ਜਾਂਦੇ, ਛੱਤ 'ਤੇ ਕਿਉਂ ਨਹੀਂ ਵਰ ਪੈਂਦੇ। ਜਿਸ ਤਰ੍ਹਾਂ ਮੀਂਹ ਵਰਦਾ ਹੈ ਉਸ ਤਰ੍ਹਾਂ ਸਾਰੇ ਸਾਡੇ ਛੱਤ 'ਤੇ ਕਿਉਂ ਨਹੀਂ ਡਿੱਗ ਜਾਂਦੇ। ਮੈਂ ਇਹ ਆਖ ਕੇ ਤਾਰੇ ਰੁਪਈਏ ਨਹੀਂ ਹੁੰਦੇ, ਮਾਨੋ ਉਸਦਾ ਸੁਰਗ ਢਾਹ ਛੱਡਿਆ। ਸੁਰਗ ਢਾਹ ਛੱਡਣਾ ਭਾਵ ਉਸ ਦੀਆਂ ਉਮੀਦਾਂ 'ਤੇ ਪਾਣੀ ਫੇਰ ਦੇਣਾ। ਕਿ ਬੱਚੇ ਨੂੰ ਲੱਗਾ ਸੀ ਕਿ ਇਹ ਸਾਰੇ ਤਾਰੇ ਜਿਹੜੇ ਉਹ ਰੁਪਈਏ ਹਨ ਅਤੇ ਸਾਡੇ ਦੇ ਕੋਠੇ 'ਤੇ ਕਿਵੇਂ ਨਾ ਕਿਵੇਂ ਆ ਜਾਣ ਅਤੇ ਸਾਡੇ ਕੋਲ ਬਹੁਤ ਜ਼ਿਆਦਾ ਪੈਸੇ ਹੋਣਗੇ। ਪਰ ਕਹਿੰਦਾ ਕਿ ਮੈਂ ਉਸ ਨੂੰ ਇਹ ਕਹਿ ਦਿੱਤਾ ਕਿ ਤਾਰੇ ਰੁਪਈਏ ਨਹੀਂ ਹੁੰਦੇ। ਇਸ ਤਰ੍ਹਾਂ ਕਹਿਣਾ ਕਹਿੰਦਾ ਮੈਨੂੰ ਇੰਝ ਪ੍ਰਤੀਤ ਹੋਇਆ ਜਿਵੇਂ ਉਸ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੋਵੇ। ਉਹ ਮੰਜੇ 'ਤੇ ਲੇਟ ਗਿਆ ਅਤੇ ਅਸਮਾਨ ਵੱਲ ਦੇਖਦਾ ਆਖਰ ਸੌਂ ਹੀ ਗਿਆ। ਫਿਰ ਬੱਚੇ ਨੂੰ ਹੌਲੀ ਹੌਲੀ ਨੀਂਦ ਆ ਗਈ ਅਤੇ ਉਹ ਅਸਮਾਨ ਦੇ ਵੱਲ ਤੱਕਦਾ ਹੀ ਸੌਂ ਚੁੱਕਾ ਸੀ। ਸੋ ਅੱਜ ਦਾ ਬੇਟਾ ਜੀ ਸਿਰਫ ਇੰਨਾ ਹੀ ਲੈਕਚਰ। ਕਹਾਣੀ ਤੁਸੀਂ ਰੀਡ ਕਰਨੀ ਹੈ ਆਪ ਵੀ ਜਿੰਨੀ ਅੱਜ ਪੜ੍ਹੀ ਹੈ। ਉਸ ਤੋਂ ਬਾਅਦ ਬਾਕੀ ਦੀ ਕਹਾਣੀ ਜਿਹੜੀ ਹੈ ਆਪਾਂ ਨੈਕਸਟ ਕਲਾਸ ਦੇ ਵਿੱਚ ਡਿਸਕਸ ਕਰਾਂਗੇ। ਬੈਕ ਐਕਸਰਸਾਈਜ਼ ਕੁਐਸਚਨ ਆਨਸਰਸ ਕਰਾਂਗੇ। ਠੀਕ ਹੈ ਜੀ। ਜੇ ਕੋਈ ਡਿਫੀਕਲਟ ਵਰਡ ਨਹੀਂ ਕਲੀਅਰ ਹੋਇਆ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਥੈਂਕ ਯੂ।